Good morning, students. Indian economy ਦਾ syllabus ਤੁਹਾਨੂੰ ਮੈਂ send ਕੀਤਾ ਸੀਗਾ. Now I'm going to send you the video of chapter 1, nature of Indian economy. Now ਇਹਦੀ PDF ਵੀ ਤੁਹਾਨੂੰ ਨਾਲ send ਹੋ ਜਾਏਗੀ. Those who do not have the books, ਵੈਸੇ ਤੇ ਸਾਰੇ ਜਾਣੇ ਬੁੱਕਸ ਆਪਣੀਆਂ ਬਾਏ ਕਰ ਲਓ ਤੇ PDF ਦੇ ਵਿੱਚ ਮੈਂ ਕੁਛ ਹਰੇਕ ਪੁਆਇੰਟ ਦੇ ਵਿੱਚ ਕੁਛ ਚੀਜ਼ਾਂ ਅੰਡਰਲਾਈਨ ਕੀਤੀਆਂ ਨੇ ਸੋ ਉਹ ਅੰਡਰਲਾਈਨ ਪਾਰਟ ਜਿਹੜਾ ਹੈ ਉਹਨੂੰ ਤੁਸੀਂ ਮੇਨ ਉਹਦੇ ਕਰਕਸ ਪੁਆਇੰਟਸ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਅੱਗੇ ਜਾ ਕੇ ਇਲੈਬੋਰੇਟ ਕਰਨਾ ਹੈ ਨਾ ਫਸਟ ਆਫ ਆਲ ਇਹ ਇੰਡੀਅਨ ਇਕੋਨਮੀ ਦਾ ਮੀਨਿੰਗ ਦੱਸ ਰਿਹਾ ਹੈ ਕਿ ਇੰਡੀਅਨ ਰੈਫਰਸ ਟੂ ਜਿਹੜਾ ਇੰਡੀਆ ਦੇ ਨਾਲ ਕੰਸਰਨਡ ਹੈ ਔਰ ਇਕੋਨਮੀ ਦੇ ਵਿੱਚ ਅਸੀਂ ਉਹਨਾਂ ਸਾਰੀਆਂ ਐਕਟੀਵਿਟੀਜ਼ ਐਂਡ ਅਰੇਂਜਮੈਂਟਸ ਦੀ ਗੱਲ ਕਰਦੇ ਹਾਂ ਜਿਹੜੇ ਕਿਸੇ ਵੀ ਇਕੋਨਮੀ ਦੇ ਇੰਡੀਵਿਜੂਅਲਸ ਆਪਣੀਆਂ ਜਿਹੜੀਆਂ ਬੇਸਿਕ ਨੀਡਸ ਨੇ ਰੋਟੀ ਕੱਪੜਾ ਅਤੇ ਮਕਾਨ ਦੀਆਂ ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਪਰਫੋਰਮ ਕਰਦੇ ਐਕਟੀਵਿਟੀਜ਼ ਜਾਂ ਅਰੇਂਜਮੈਂਟਸ ਨਾਓ ਤੁਸੀਂ ਵੇਖੋਗੇ ਕਿ ਇੰਡੀਅਨ ਇਕੋਨਮੀ ਦੇ ਵਿੱਚ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਬਹੁਤ ਸਾਰਾ ਡਾਟਾ ਜਿਹੜਾ ਕਿ ਪਹਿਲਾਂ ਉਹ ਵੈਲਿਊ ਕੀ ਸੀ ਹੁਣ ਉਹ ਕੀ ਵੈਲਿਊ ਇਸ ਤਰ੍ਹਾਂ ਦਾ ਆਏਗਾ ਬਟ ਵੀ ਸੇ ਕਿ ਇੰਡੀਅਨ ਇਕੋਨਮੀ ਇਜ਼ ਨਾਟ ਓਨਲੀ study of facts and figures relating to economic life of India, rather it undertakes to analyze the cause and effects of the problems pertaining to economic life. That is, economy ਨੂੰ ਜਿਹੜੀਆਂ problems ਆਉਂਦੀਆਂ ਨੇ ਉਹਨਾਂ ਦੇ ਕੀ causes ਨੇ ਤੇ ਕੀ effects ਨੇ ਉਹਨਾਂ ਨੂੰ ਵੀ ਇੰਡੀਅਨ ਇਕੋਨਮੀ ਐਟ ਏ ਲੈਂਥ ਡਿਸਕਸ ਕਰਦੀ ਹੈ ਠੀਕ ਹੈ ਜੀ so this paper will have lot of data. Now if you put data in your questions only then you'll be able to get good marks ਜੇ ਤੁਸੀਂ ਡਾਟਾ ਨੂੰ ਵਿੱਚੋਂ ਡਿਲੀਟ ਕਰ ਦੋਗੇ ਤੇ ਸੇਮ ਮੈਟਰ ਜਿਹੜਾ ਆ ਜੇ ਸਪੋਜ਼ ਤੁਹਾਨੂੰ ਡਾਟਾ ਦੇ ਨਾਲ ਉਹਦੇ 10 ਵਿੱਚੋਂ 7 ਮਿਲਦੇ ਨੇ ਤੇ ਵਿਦਆਊਟ ਡਾਟਾ ਤੁਹਾਨੂੰ ਉਹਨੂੰ 10 ਵਿੱਚੋਂ 4 ਹੀ ਮਿਲਣੇ ਨੇ ਸੋ ਆਲਵੇਜ਼ ਟਰਾਈ ਟੂ mug or learn at least one figure for each of the point right so ਅਸੀਂ ਡਿਸਕਸ ਕੀਤਾ ਹੈ ਇੰਡੀਅਨ ਇਕੋਨਮੀ ਇੰਡੀਅਨ ਰਿਲੇਟਸ ਟੂ ਇੰਡੀਆ ਐਂਡ ਇਕੋਨਮੀ ਉਹਨਾਂ ਐਕਟੀਵਿਟੀਜ਼ ਤੇ ਅਰੇਂਜਮੈਂਟਸ ਨਾਲ ਡੀਲ ਕਰਦੀ ਹੈ ਜਿਹੜੀਆਂ ਇੰਡੀਵਿਜੂਅਲਸ ਜਾਂ ਸੋਸਾਇਟੀ ਕਲੈਕਟਿਵਲੀ ਆਪਣੀਆਂ ਬੇਸਿਕ ਨੀਡਸ ਨੂੰ ਫੁੱਲਫਿਲ ਕਰਨ ਲਈ ਪਰਫੋਰਮ ਕਰਦੀ ਹੈ ਨਾਓ ਡਿਫਰੈਂਟ ਜਿਹੜੇ ਫੀਚਰਸ ਨੇ ਇੰਡੀਅਨ ਇਕੋਨਮੀ ਦੇ ਉਹਨਾਂ ਨੂੰ ਬ੍ਰੋਡਰ ਇਨ 5 ਹੈਡਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ Indian economy is an underdeveloped economy, then Indian economy is a mixed economy, then Indian economy is a planned developing economy, फिर dualistic nature of Indian economy है तो फिर sectoral distribution of Indian economy है so the very first part take up वो कर रहा है कि जिस तरह तुहानू पता है कि ਜਿਹੜੀ ਇੱਕ ਨੈਸ਼ਨਲ ਇਨਕਮ ਦਾ ਕਨਸੈਪਟ ਹੁੰਦਾ ਆ ਇੱਕ ਪਰ ਕੈਪੀਟਾ ਇਨਕਮ ਦਾ ਕਨਸੈਪਟ ਹੁੰਦਾ ਆ ਨੈਸ਼ਨਲ ਇਨਕਮ ਪੂਰੀ ਇਕੋਨਮੀ ਦੀ ਇਨਕਮ ਹੈ ਪਰ ਕੈਪੀਟਾ ਇਨਕਮ ਜਿਹੜੀ ਹੈ ਉਹ ਐਵਰੇਜ ਇਨਕਮ ਹੈ ਦੈਟ ਇਜ਼ ਨੈਸ਼ਨਲ ਇਨਕਮ ਨੂੰ ਜੇ ਤੁਸੀਂ ਪਾਪੂਲੇਸ਼ਨ ਨਾਲ ਡਿਵਾਈਡ ਕਰਦੇ ਹੋ ਤੇ ਉਹ ਪਰ ਕੈਪੀਟਾ ਇਨਕਮ ਬਣ ਜਾਂਦੀ ਹੈ ਠੀਕ ਹੈ ਜੇ ਤੁਸੀਂ ਵਰਲਡ ਦੀਆਂ ਇਕੋਨਮੀਜ਼ ਵੱਖਰੇ ਵੱਖਰੇ ਦੇਸ਼ਾਂ ਦੀ ਗੱਲ ਕਰਦੇ ਹੋ ਉਹਨਾਂ ਵਿੱਚੋਂ ਕਈਆਂ ਦੀ ਪਰ ਕੈਪੀਟਾ ਇਨਕਮ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਡਿਵੈਲਪ ਕੰਟਰੀਜ਼ ਕਹਿੰਦੇ ਹਾਂ ਅਤੇ ਕੁਝ ਜਿਹੜੀਆਂ ਨੇ ਕੰਟਰੀਜ਼ ਲਾਈਕ ਇੰਡੀਆ ਨੇ ਜਾਂ ਸ਼੍ਰੀਲੰਕਾ ਪਾਕਿਸਤਾਨ ਬੰਗਲਾਦੇਸ਼ ਇਹਨਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਉਹ ਦੂਸਰੀ ਕੰਟਰੀਜ਼ ਦੇ ਕੰਪੈਰੇਟਿਵਲੀ ਕਾਫੀ ਘੱਟ ਹੈ ਸੋ ਲੋ ਇਨਕਮ ਦੇ ਬੇਸਿਸ 'ਤੇ ਉਹਨਾਂ ਨੂੰ ਅਸੀਂ ਅੰਡਰ ਡਿਵੈਲਪ ਕੰਟਰੀਜ਼ ਕਹਿੰਦੇ ਹਾਂ ਤਾਂ ਅੰਡਰ ਡਿਵੈਲਪਮੈਂਟ ਦੀਆਂ ਇੱਥੇ ਅਸੀਂ 2 ਥਿਓਰੀਜ਼ ਡਿਸਕਸ ਕਰਨੀਆਂ ਨੇ ਇੱਕ ਥਿਓਰੀ ਹੈ ਨਕਸੇ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਥਿਓਰੀ ਆਫ ਵਿਸ਼ੀਅਸ ਸਰਕਲ ਆਫ ਪਾਵਰਟੀ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਗਰੀਬੀ ਦਾ ਕੁਚੱਕਰ
ਉਸੇ ਅੰਡਰ ਡਿਵੈਲਪ ਕੰਟਰੀ ਦੇ ਵਿੱਚ ਇਹ ਗਰੀਬੀ ਦਾ ਕੁਚੱਕਰ ਜਿਹੜਾ ਹੈ ਉਹ ਇੱਕ ਸਰਕਲ ਦੇ ਵਿੱਚ ਚੱਲਦਾ ਰਹਿੰਦਾ ਆ। ਲਾਈਕ ਦੇ ਸੇ ਕਿ ਇਹਨਾਂ ਇਕੋਨਮੀ ਦੇ ਵਿੱਚ ਲੋਕਾਂ ਦੀ ਇਨਕਮ ਕਿਉਂਕਿ ਘੱਟ ਹੁੰਦੀ ਆ, ਜੇ ਇਨਕਮ ਘੱਟ ਹੋਣਗੀ ਤਾਂ ਉਹਨਾਂ ਦੀ ਸੇਵਿੰਗ ਵੀ ਘੱਟ ਹੋਏਗੀ, ਜੇ ਸੇਵਿੰਗ ਘੱਟ ਹੈ ਤੇ ਫਿਰ ਉਹ ਇਨਵੈਸਟ ਘੱਟ ਕਰ ਸਕਦੇ ਨੇ, ਕੈਪੀਟਲ ਫਾਰਮੇਸ਼ਨ ਘੱਟ ਹੁੰਦੀ ਹੈ। ਔਰ ਜੇ ਇਕੋਨਮੀ ਦੇ ਵਿੱਚ ਕੈਪੀਟਲ ਫਾਰਮੇਸ਼ਨ ਘੱਟ ਹੋਵੇ ਤੇ ਫਿਰ ਪ੍ਰੋਡਕਟਿਵਿਟੀ ਇਕੋਨਮੀ ਦੀ ਲੋ ਰਹਿ ਜਾਂਦੀ ਹੈ। ਸੋ ਇਹ ਰਿਲੇਸ਼ਨਸ਼ਿਪ ਹੈ ਉਹ ਸਰਕੂਲਰ ਮੋਸ਼ਨ ਦੇ ਵਿੱਚ ਚੱਲਦੀ ਹੈ, ਰਾਈਟ। ਨਾ ਦੂਸਰੀ ਜਿਹੜੀ ਥਿਊਰੀ ਹੈਗੀ ਹੈ ਐਂਡ ਇਹ ਇੱਕ ਫਿਗਰ ਬਣਾਈ ਹੋਈ ਹੈ ਵਿਸ਼ਿਅਸ ਸਰਕਲ ਆਫ ਪੋਵਰਟੀ ਦੀ। ਯੂ ਕੈਨ ਸੀ ਲੋ ਇਨਕਮ ਤੋਂ ਐਰੋ ਲੋ ਸੇਵਿੰਗ ਵੱਲ ਜਾ ਰਹੀ ਹੈ, ਲੋ ਸੇਵਿੰਗ ਤੋਂ ਲੋ ਇਨਵੈਸਟਮੈਂਟ ਹੈ, ਲੋ ਇਨਵੈਸਟਮੈਂਟ ਤੋਂ ਲੋ ਪ੍ਰੋਡਕਟਿਵਿਟੀ ਹੈ, ਅਤੇ ਜੇ ਉਤਪਾਦਕਤਾ ਘੱਟ ਹੋਏਗੀ ਤੇ ਫਿਰ ਅਗਲੇ ਸਰਕਲ ਦੇ ਵਿੱਚ ਇਨਕਮ ਜਿਹੜੀ ਹੈ ਉਹ ਘੱਟ ਹੋਏਗੀ। ਦੂਸਰੀ ਥਿਊਰੀ ਜਿਹੜੀ ਹੈ ਲੋ ਇਨਕਮ ਲੈਵਲ ਦੀ ਗਿਵਨ ਬਾय ਹਾਰਵੇ ਲੈਪਨਸਟਾਈਨ, ਠੀਕ ਹੈ ਜੀ। ਹਾਰਵੇ ਲੈਪਨਸਟਾਈਨ ਵੀ ਕਹਿੰਦਾ ਹੈ ਕਿ ਇਕੁਇਲਿਬਰਮ ਜਾਂ ਜਿਹਨੂੰ ਤੁਸੀਂ ਸੰਤੁਲਨ ਕਹਿੰਦੇ ਹੋ ਅੰਡਰ ਡਿਵੈਲਪ ਕੰਟਰੀਜ਼ ਦਾ, ਉਹ ਸਟੇਬਲ ਨਹੀਂ ਹੁੰਦਾ, ਉਹ ਅਨਸਟੇਬਲ ਹੁੰਦਾ ਹੈ। ਮਤਲਬ ਉਹ ਅਸਥਿਰ ਸੰਤੁਲਨ ਜਿਹੜਾ ਹੈ ਉਹ ਹੁੰਦਾ ਆ। ਐਂਡ ਇਹ ਜਿਹੜਾ ਇਕੁਇਲਿਬਰਮ ਹੈ when a change is affected in the equilibrium of an underdeveloped country, the very forces which have tendency to increase per capita and create, मतलब ਉਹ ਸਾਰੀਆਂ ਫੋਰਸਿਸ, ਉਹ ਸਾਰੀਆਂ ਤਾਕਤਾਂ ਜਿਹੜੀ ਕਿਸੇ ਇਕੋਨਮੀ ਦੇ ਵਿੱਚ ਪਰ ਕੈਪੀਟਾ ਇਨਕਮ ਨੂੰ ਵਧਾਉਣ ਲਈ ਕੰਡੀਸ਼ਨਸ ਕ੍ਰੀਏਟ ਕਰਦੀਆਂ ਨੇ, ਉਹ ਅੰਡਰ ਡਿਵੈਲਪ ਕੰਟਰੀਜ਼ 'ਚ ਇਸ ਤਰ੍ਹਾਂ ਓਪਰੇਟ ਕਰਦੀਆਂ ਨੇ ਕਿ ਉੱਥੇ ਉਹ ਇਨਕਮ ਤੁਹਾਡੀ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ। ਐਂਡ ਇਨਕਮ ਲੋਅਰਿੰਗ ਫੈਕਟਰਸ ਜਿਹੜੇ ਨੇ ਉਹ ਮੋਰ ਪਾਵਰਫੁਲ ਹੁੰਦੇ ਨੇ ਸਟਾਰਟਿੰਗ ਸਟੇਜਸ ਆਫ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਦੈਨ ਇਨਕਮ ਇਨਕਰੀਜ਼ਿੰਗ ਫੋਰਸਿਸ, ਠੀਕ ਹੈ ਜੀ। ਨਾਓ ਇਹ ਨਕਸੇ ਤੇ ਲੈਪਨਸਟਾਈਨ ਦੀਆਂ ਦੋਵੇਂ ਅੰਡਰ ਡਿਵੈਲਪਮੈਂਟ ਦੀਆਂ ਥਿਊਰੀਜ਼ ਜਿਹੜੀਆਂ ਨੇ ਉਹ ਇੰਡੀਆ 'ਤੇ ਵੀ ਅਪਲਾਈ ਹੁੰਦੀਆਂ ਨੇ। ਇੰਡੀਪੈਂਡੈਂਸ ਦੇ ਵੇਲੇ ਇੰਡੀਅਨ ਇਕੋਨਮੀ ਦੀ ਗਰੋਥ ਰੇਟ ਆਲਮੋਸਟ ਵੈਸੇ 0 ਸੀਗੇ, ਰਾਈਟ। ਦੋ ਬਾਅਦ ਵਿੱਚ ਪਲੈਨਿੰਗ ਦੇ ਪੀਰੀਅਡ ਦੇ ਵਿੱਚ ਬਹੁਤ ਸਾਰੀ ਇਨਵੈਸਟਮੈਂਟ ਜਿਹੜੀ ਹੈ ਉਹ ਕੀਤੀ ਗਈ, ਜਿਹਦੇ ਨਾਲ ਨੈਸ਼ਨਲ ਇਨਕਮ ਵੀ ਇਨਕਰੀਜ਼ ਹੋਈ ਹੈ। ਪਰ ਇਹ ਜਿਹੜੀ ਨੈਸ਼ਨਲ ਇਨਕਮ ਦਾ ਇਨਕਰੀਜ਼ ਹੈ ਉਹ ਸਸਟੇਨ ਨਹੀਂ ਕਰ ਪਾਇਆ। ਸਸਟੇਨ ਕਰਨ ਦਾ ਮਤਲਬ ਹੋ ਗਿਆ ਆਪਣੇ ਆਪ ਨੂੰ ਕੰਟੀਨਿਊ ਨਹੀਂ ਕਰ ਪਾਇਆ, ਅਤੇ ਅਗਲੇ ਪੀਰੀਅਡਸ ਦੇ ਵਿੱਚ ਨੈਸ਼ਨਲ ਇਨਕਮ ਫਿਰ ਘਟਣੀ ਸ਼ੁਰੂ ਹੋ ਗਈ, ਜਿਹਦੇ ਕਾਰਨ ਉਹਨੇ ਜਿਹੜੇ ਨੇ ਇਨਕਮ ਅਪੋਜ਼ਿੰਗ ਫੋਰਸਿਸ ਕਿ ਕਿਉਂ ਇਨਕਮ ਘਟੀ ਹੈ ਉਹਦੀਆਂ ਡਿਸਕਸ ਕੀਤੀਆਂ ਨੇ। ਇੱਕ ਤਾਂ ਹੈਗਾ ਆ ਪਾਪੂਲੇਸ਼ਨ ਐਕਸਪਲੋਜਨ, ਜਿਹੜੀ ਬਹੁਤ ਜ਼ਿਆਦਾ ਪਾਪੂਲੇਸ਼ਨ ਦਾ ਵਾਧਾ ਹੈ ਆਫਟਰ ਇੰਡੀਪੈਂਡੈਂਸ ਹੋਇਆ ਹੈ, ਕੈਪੀਟਲ ਫਾਰਮੇਸ਼ਨ ਘੱਟ ਹੈ, ਔਰ ਲੋਕਾਂ ਦੀਆਂ ਐਕਸਪੈਕਟੇਸ਼ਨਸ ਜਿਹੜੀਆਂ ਨੇ ਸਰਕਾਰ ਤੋਂ ਜਾਂ ਉਹਨਾਂ ਦੀ ਵਰਕਿੰਗ ਤੋਂ ਬਹੁਤ ਜ਼ਿਆਦਾ ਨੇ, ਜਿਹਦੇ ਕਰਕੇ ਇਨਕਮ ਲੋਅਰਿੰਗ ਫੋਰਸਿਸ ਜਿਹੜੀਆਂ ਨੇ ਉਹ ਜ਼ਿਆਦਾ ਕੰਮ ਕਰਦੀਆਂ ਨੇ ਐਜ਼ ਕੰਪੇਅਰ ਟੂ ਦਾ income increasing forces. Now we come to the first part of this chapter, that is features of Indian economy as an underdeveloped economy, right? Stagnant per capita income है, that means कि ਜਿਹੜੀ income है ਉਹ ਜ਼ਿਆਦਾ stagnant ਹੁੰਦਾ ਹੈ, constant ਚੀਜ਼ ਜਿਹੜੀ ਨਾ ਵੱਧਦੀ ਹੈ ਨਾ ਘਟਦੀ ਹੈ। ਬਿਫੋਰ ਇੰਡੀਪੈਂਡੈਂਸ ਉਹ ਕਹਿੰਦਾ ਹੈ ਕਿ ਤੁਹਾਡੀ ਜਿਹੜੀ ਪਰ ਕੈਪੀਟਾ ਇਨਕਮ ਦਾ ਪਰ ਐਨਮ ਗਰੋਥ ਰੇਟ ਸੀਗਾ ਦੈਟ ਵਾਸ ਲੈਸ ਦੈਨ 1%। ਕੁਛ ਅੱਗੇ ਜਾ ਕੇ ਜਦੋਂ ਪਲਾਨ ਸ਼ੁਰੂ ਹੋਈਆਂ ਨੇ ਅਤੇ ਕੁਝ ਵਿੱਚ ਵੱਧ ਹੈ, ਕੁਝ ਵਿੱਚ ਘੱਟ ਹੈ, ਪਰ ਜੇ ਅਸੀਂ ਸਾਰੀਆਂ ਪਲਾਨਸ ਦੀ ਐਵਰੇਜ ਲਈਏ ਪਰ ਕੈਪੀਟਾ ਇਨਕਮ ਇਨਕਰੀਜ਼ ਦੇ ਐਨੂਅਲ ਰੇਟ ਦੀ ਦੈਟ ਇਜ਼ ਜਸਟ 3%, ਔਰ ਇਹ 3% ਦੇ ਗਰੋਥ ਜਿਹੜੀ ਹੈ ਦੈਟ ਇਜ਼ ਵੈਰੀ ਲੋ ਫॉर द ਇੰਡੀਅਨ ਇਕੋਨਮੀ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਸਟੈਗਨੈਂਟ ਪਰ ਕੈਪੀਟਾ ਇਨਕਮ ਹੈ। ਇੱਕ ਤਾਂ ਪਰ ਕੈਪੀਟਾ ਇਨਕਮ ਸਟੈਗਨੈਂਟ ਹੈ, ਉਹਦਾ ਮਤਲਬ ਹੈ ਕਿ ਉਹ ਵੱਧ ਨਹੀਂ ਰਹੀ, ਵਧਣ ਦੀ ਜਿਹੜੀ ਵਾਧਾ ਦਰ ਹੈਗੀ ਉਹ ਬੜੀ ਘੱਟ ਹੈ। ਦੂਸਰਾ ਇਨਕਮ ਦਾ ਲੈਵਲ ਵੀ ਜਿਹੜਾ ਹੈ ਉਹ ਬੜਾ ਘੱਟ ਹੈ। ਨਾਓ ਹੇਅਰ ਯੂ ਕੈਨ ਸੀ ਇੱਕ ਟੇਬਲ ਤੁਹਾਡੀ ਜਿਹੜੀ ਬੁੱਕ ਵਾਲਾ ਉਹ ਦੇ ਰਿਹਾ ਹੈ, ਜਿਹਦੇ ਵਿੱਚ ਕੰਪੈਰੀਜ਼ਨ ਕਰ ਰਿਹਾ ਹੈ
ਪਰ ਕੈਪੀਟਾ ਇਨਕਮ ਦਾ, that is ਅਦਰ ਕੰਟਰੀਜ਼ ਆਫ ਦ ਵਰਲਡ ਦਾ ਸਾਰਿਆਂ ਦੀ ਪਰ ਕੈਪੀਟਾ ਉਹਨੇ ਡਾਲਰਸ ਦੇ ਵਿੱਚ ਦਿੱਤੀ ਹੋਈ ਹੈ, US ਡਾਲਰ ਦੇ ਵਿੱਚ। ਯੂ ਜਸਟ ਕੈਨ ਸੀ ਇੰਡੀਆ ਦੀ ਪਰ ਕੈਪੀਟਾ ਇਨਕਮ ਜਿਹੜੀ ਹੈ ਉਹ $1570 ਹੈ, ਜਿਹੜੀ ਪਾਕਿਸਤਾਨ ਬੰਗਲਾਦੇਸ਼ ਤੋਂ ਉੱਤੇ ਵੱਧ ਹੈ। ਪਰ ਜੇ ਤੁਸੀਂ ਇਹਦਾ ਕੰਪੈਰੀਜ਼ਨ USA ਜਾਂ ਜਾਪਾਨ ਨਾਲ ਕਰਦੇ ਹੋ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਡਿਫਰੈਂਸ ਹੈਗਾ ਹੈ। ਨੀਚੇ ਨੇ ਕੰਕਲੂਡ ਕੀਤਾ ਹੈ ਕਿ ਪਰ ਕੈਪੀਟਾ ਇਨਕਮ ਦੇ ਕੇਸ ਵਿੱਚ ਇੰਡੀਆ ਦੀ ਰੈਂਕਿੰਗ ਜਿਹੜੀ ਹੈ ਵਰਲਡ ਦੇ ਵਿੱਚ 79th ਨੰਬਰ 'ਤੇ ਹੈ। ਦੈਟ ਸਟੇਟਸ ਕਿ ਜਿਹੜੀ ਪਰ ਕੈਪੀਟਾ ਇਨਕਮ ਬੜੀ ਲੋ ਹੈਗੀ ਹੈ, ਰਾਈਟ। ਦੈਨ ਥਰਡ ਪੁਆਇੰਟ ਇਜ਼ ਦ ਲੋ ਸਟੈਂਡਰਡ ਆਫ ਲਿਵਿੰਗ, ਕਿਉਂਕਿ ਅਸੀਂ ਪਿੱਛੇ ਡਿਸਕਸ ਕਰ ਚੁੱਕੇ ਹਾਂ ਕਿ ਇਨਕਮ ਘੱਟ ਹੈ, ਜੇ ਇਨਕਮ ਘੱਟ ਹੈ ਤਾਂ ਫਿਰ ਉਹਨਾਂ ਦੀ ਕੰਜ਼ੰਪਸ਼ਨ ਐਕਸਪੈਂਡੀਚਰ ਵੀ ਘੱਟ ਹੋਏਗਾ। ਇਹਦਾ ਮਤਲਬ ਹੈ ਜਿਹੜੀਆਂ ਫੂਡ, ਕਲੋਥਿੰਗ, ਸ਼ੈਲਟਰ, ਜਿਵੇਂ ਤੁਸੀਂ ਰੋਟੀ, ਕੱਪੜਾ ਅਤੇ ਮਕਾਨ ਦੀਆਂ ਜ਼ਰੂਰਤਾਂ ਕਹਿੰਦੇ ਹੋ, ਇਹਦੇ ਉੱਤੇ ਖਰਚ ਕਰਨ ਦੇ ਲਈ ਵੀ ਲੋਕਾਂ ਕੋਲ ਜਿਹੜੀ ਆਮਦਨ ਹੈ ਉਹ ਘੱਟ ਹੈ। ਇੱਥੇ ਇੱਕ ਲੋ ਸਟੈਂਡਰਡ ਆਫ ਲਿਵਿੰਗ ਦੇ ਲਈ ਇੱਕ ਫਿਗਰ ਆਈ ਹੈ ਕਿ 1999 ਦੇ ਵਿੱਚ ਐਵਰੇਜ ਇਨਟੇਕ ਆਫ ਐਨ ਇੰਡੀਵਿਜੂਅਲ ਵਾਸ 2496 ਕੈਲੋਰੀਜ਼ ਪਰ ਡੇ, ਜਦੋਂ ਕਿ ਡਿਵੈਲਪ ਕੰਟਰੀਜ਼ ਦੇ ਵਿੱਚ ਜਿਹੜੀ ਹੈ ਇਹ ਅਵੇਲੇਬਲ ਪਿਓਰ ਇਨਟੇਕ ਜਿਹੜੀ ਹੈ 3400 ਕੈਲੋਰੀਜ਼ ਹੁੰਦੀ ਹੈ। ਦੈਟ ਮੀਨਸ ਕਿ ਜੇ ਨਿਊਟ੍ਰੀਸ਼ਨਲ ਰਿਕੁਆਇਰਮੈਂਟਸ ਵੀ ਤੁਹਾਡੀਆਂ ਪੂਰੀਆਂ ਜਿਹੜੀਆਂ ਜ਼ਰੂਰਤਾਂ ਨੇ ਬੋਡੀ ਦੀਆਂ, ਕਿ ਤੁਹਾਨੂੰ ਇੱਕ ਜਿਹੜਾ ਸਹੀ ਖਾਣਾ ਮਿਲਣਾ ਚਾਹੀਦਾ ਹੈ ਜਾਂ ਕੈਲੋਰੀਜ਼ ਦੇ ਫੋਰਮ ਵਿੱਚ ਇੰਨੀਆਂ ਕੈਲੋਰੀਜ਼ ਮਿਲਣੀਆਂ ਚਾਹੁੰਦੀਆਂ ਨੇ, ਬਟ ਬਿਕੋਜ਼ ਪੀਪਲ ਹੈਵ ਲੋ ਪਰ ਕੈਪੀਟਾ ਇਨਕਮ ਉਹ ਨੂੰ ਅਫੋਰਡ ਨਹੀਂ ਕਰ ਸਕਦੇ, ਇਸ ਕਰਕੇ ਉਹਨਾਂ ਦੀ ਐਫੀਸ਼ੀਐਂਸੀ ਵੀ ਘੱਟ ਹੋਏਗੀ, ਉਤਪਾਦਕਤਾ ਘੱਟ ਹੋਏਗੀ। Another feature that is the unequal distribution of income and wealth ਹੈ। ਅਨਈਕੁਅਲ ਮਤਲਬ ਨਾ ਬਰਾਬਰ ਹੈ ਆਮਦਨ ਦੀ ਵੰਡ। ਜਦੋਂ ਅਸੀਂ ਅਨਈਕੁਅਲ ਡਿਸਟਰੀਬਿਊਸ਼ਨ ਆਫ ਇਨਕਮ ਐਂਡ ਵੈਲਥ ਵੇਖਣੀ ਹੁੰਦੀ ਹੈ, ਉਸ ਵੇਲੇ ਅਸੀਂ ਪੂਅਰੈਸਟ 10% ਜਿਹੜੇ ਸਭ ਤੋਂ ਗਰੀਬ 10% ਨੇ, ਅਤੇ ਸਭ ਤੋਂ ਗਰੀਬ ਜਿਹੜੇ ਅਮੀਰ ਜਿਹੜੇ 10% ਨੇ ਉਹਨਾਂ ਦੇ ਨੈਸ਼ਨਲ ਇਨਕਮ ਦੇ ਵਿੱਚ ਸ਼ੇਅਰ ਦਾ ਆਪਸ ਦੇ ਵਿੱਚ ਕੰਪੈਰੀਜ਼ਨ ਕਰਦੇ ਹਾਂ। ਇੱਥੇ ਹਿਊਮਨ ਡਿਵੈਲਪਮੈਂਟ ਰਿਪੋਰਟ 2009 ਦਾ ਜਿਹੜਾ ਡਾਟਾ ਦਿੱਤਾ ਹੋਇਆ ਹੈ ਕਿ ਪੂਅਰੈਸਟ 10% ਪਾਪੂਲੇਸ਼ਨ ਗੈਟਸ ਓਨਲੀ 3.6% ਆਫ ਨੈਸ਼ਨਲ ਇਨਕਮ, ਅਤੇ ਜਿਹੜੇ ਰਿਚੈਸਟ 10% ਨੇ ਉਹਨਾਂ ਕੋਲ ਨੈਸ਼ਨਲ ਇਨਕਮ ਦਾ 31.1% ਹੈ। ਠੀਕ ਹੈ ਜੀ। ਨਾ ਦੱਸੇ ਦੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਨਹੀਂ ਹੈ ਕਿ ਇਨਇਕੁਐਲਿਟੀਜ਼ ਜਿਹੜੀਆਂ ਨੇ ਇਕੱਲੀਆਂ ਇੰਡੀਆ ਵਿੱਚ ਹੀ ਹੈਗੀਆਂ ਨੇ ਜਾਂ ਦੂਸਰੀ ਕੰਟਰੀਜ਼ ਨਹੀਂ ਹੁੰਦੀਆਂ ਵੀ। ਇਨਫੈਕਟ ਜਿਹੜੀਆਂ ਐਡਵਾਂਸ ਕੰਟਰੀਜ਼ ਨੇ ਉਹਨਾਂ ਦੇ ਵਿੱਚ ਵੀ ਇਨਇਕੁਐਲਿਟੀਜ਼ ਹੁੰਦੀਆਂ ਨੇ ਇਨਕਮ ਅਤੇ ਡਿਸਟਰੀਬਿਊਸ਼ਨ ਆਫ ਵੈਲਥ ਦੇ ਵਿੱਚ, ਬਟ ਦਿਸ ਇਹ ਕਿ ਉੱਥੇ ਜਿਹੜਾ ਰਿਚ ਹੈਗਾ ਆ, ਜਿਹਦੇ ਕੋਲ ਜ਼ਿਆਦਾ ਹਿੱਸਾ ਇਨਕਮ ਹੈ, ਉਹ ਜ਼ਿਆਦਾ ਸੇਵ ਕਰਦਾ ਹੈ। ਜੇ ਜ਼ਿਆਦਾ ਸੇਵ ਕਰਦਾ ਤਾਂ ਜ਼ਿਆਦਾ ਇਨਵੈਸਟ ਕਰਦਾ, ਜਿਹਦੇ ਨਾਲ ਕੈਪੀਟਲ ਫਾਰਮੇਸ਼ਨ ਘੱਟ ਹੁੰਦੀ ਹੈ। ਬਟ ਇਨ ਕੇਸ ਆਫ ਇੰਡੀਅਨ ਇਕੋਨਮੀ, ਜਿਨ੍ਹਾਂ ਲੋਕਾਂ ਕੋਲ ਜਿਹੜੇ ਰਿਚ ਨੇ, ਜਿਨ੍ਹਾਂ ਕੋਲ ਨੈਸ਼ਨਲ ਇਨਕਮ ਦਾ ਜ਼ਿਆਦਾ ਹਿੱਸਾ ਆ, ਉਹ ਆਪਣਾ ਇਹ ਜਿਹੜਾ ਵੈਲਥ ਹੈ ਜਾਂ ਇਨਕਮ ਹੈ ਉਹਨੂੰ ਕੌਨਸਪੀਕੂਅਸ ਕੰਜ਼ੰਪਸ਼ਨ ਦੇ ਉੱਤੇ ਖਰਚ ਕਰਦੇ ਨੇ। ਫਜ਼ੂਲ ਖਰਚੀ ਦਾ ਖਰਚਾ ਜਿਹੜਾ ਵੱਧ ਕਰਦੇ ਨੇ, ਲਾਈਕ ਜਿਹਦੇ ਤੋਂ ਕੋਈ ਜਿਹੜੀ ਹੈ ਇੰਪਲੋਇਮੈਂਟ ਜਨਰੇਟ ਨਹੀਂ ਹੁੰਦੀ। ਲਾਈਕ ਹੀ ਹੈਜ਼ ਗਿਵਨ ਹੇਅਰ ਕੌਨਸਪੀਕੂਅਸ ਕੰਜ਼ੰਪਸ਼ਨ ਅਸੀਂ ਕੀ ਲੈਂਦੇ ਹਾਂ, ਲਾਈਕ ਦੇ ਬਾਏ ਜਿਊਲਰੀ, ਜੈਮਸ, ਗੋਲਡ ਐਂਡ ਸਿਲਵਰ, ਔਰ ਫਿਰ ਉਹ ਸੋਸ਼ਲ ਅਤੇ ਰਿਲੀਜੀਅਸ ਫੰਕਸ਼ਨਸ ਦੇ ਉੱਤੇ ਵੀ ਲੈਵਿਸ਼ਲੀ ਸਪੈਂਡ ਕਰਦੇ ਨੇ, right? So the next feature of Indian economy as an underdeveloped economy is excessive dependence on agriculture. ਇੱਥੇ ਵੀ figures important ਨੇ ਕਿ 49% of population in India ਜਿਹੜੀ ਉਹ ਐਗਰੀਕਲਚਰ 'ਤੇ ਡਿਪੈਂਡੈਂਟ ਹੈ 15-16 ਦੇ ਵਿੱਚ। ਇਹ 49% ਜਿਹੜੀ ਹੈ ਟੋਟਲ ਨੈਸ਼ਨਲ ਇਨਕਮ ਦਾ 15.3% ਕੰਟਰੀਬਿਊਟ ਕਰਦੀ ਹੈ। ਇਹਦਾ ਮਤਲਬ ਹੈ 49% ਜਿਹੜੀ ਐਗਰੀਕਲਚਰ ਨੂੰ ਛੱਡ ਕੇ ਬਾਕੀ ਜਿਹੜੀ ਪਾਪੂਲੇਸ਼ਨ ਕਿੰਨੀ ਬਚਦੀ ਹੈ 100 ਦੇ ਵਿੱਚੋਂ 51%। ਬਾਕੀ ਜਿਹੜੀ 51% ਪਾਪੂਲੇਸ਼ਨ ਹੈਗੀ ਹੈ ਉਹਨਾਂ ਕੋਲ ਟੋਟਲ ਇਨਕਮ ਦਾ 84.7% ਜਿਹੜਾ ਹੈ ਉਹ ਹੈਗਾ ਹੈ। ਸੋ ਦੈਟ ਕਲੀਅਰਲੀ ਟੈਲਸ ਕਿ ਐਗਰੀਕਲਚਰ ਦੇ ਉੱਤੇ ਲੋਕਾਂ ਦੀ ਡਿਪੈਂਡੈਂਸ ਜ਼ਿਆਦਾ ਹੈ, ਬਟ ਐਗਰੀਕਲਚਰ ਟੋਟਲ ਨੈਸ਼ਨਲ ਇਨਕਮ ਦੇ ਵਿੱਚ ਘੱਟ ਕੰਟਰੀਬਿਊਟ ਕਰਦਾ ਹੈ। ਦੈਟ ਇਜ਼ ਦ ਰੀਜ਼ਨ ਆਫ ਜੇ ਇਹ ਵਾਲਾ ਫਿਨੋਮੀਨਾ ਤੁਸੀਂ ਐਡਵਾਂਸ ਕੰਟਰੀਜ਼ ਦੇ ਵਿੱਚ ਦੇਖੋ ਤੇ
ਇਹ ਸੇਜ਼ ਕਿ 1810 ਦੇ ਵਿੱਚ ਅਮਰੀਕਾ ਦੇ ਵਿੱਚ 75% ਆਫ ਪਾਪੂਲੇਸ਼ਨ ਡਿਪੈਂਡੈਂਟ ਸੀ ਐਗਰੀਕਲਚਰ ਤੇ ਕਰੰਟਲੀ ਜਿਹੜੀ ਹੈ ਹੁਣ ਜਿਹੜੀ ਹੈ ਇਸ ਵੇਲੇ 1.6% ਆਫ ਪਾਪੂਲੇਸ਼ਨ ਜਿਹੜੀ ਉਹ ਅਮਰੀਕਾ ਦੀ ਐਗਰੀਕਲਚਰ ਤੇ ਡਿਪੈਂਡੈਂਟ ਹੈ ਔਰ ਇਹ 1.6% ਪਾਪੂਲੇਸ਼ਨ ਜਿਹੜੀ ਹੈ ਉਹ ਜਿੰਨਾ ਪ੍ਰੋਡਿਊਸ ਕਰਦੀ ਉਹ ਬਾਕੀ ਸਾਰੇ ਲੋਕ ਇਹਦਾ ਮਤਲਬ 98% ਪਾਪੂਲੇਸ਼ਨ ਦੇ ਲਈ ਉਹ ਇੰਨਾ ਪ੍ਰੋਡਿਊਸ ਕਰ ਲੈਂਦੀ ਹੈ ਕਿ ਉਹਨਾਂ ਨੂੰ ਇਨਫ ਹੁੰਦਾ ਹੈ। ਠੀਕ ਹੈ। ਨਾ ਇੱਕ ਅਸੀਂ ਇਹਨੂੰ ਡਿਵੈਲਪਮੈਂਟ ਦਾ ਤਰੀਕਾ ਮੰਨਦੇ ਹਾਂ ਕਿ ਜਦੋਂ ਕੋਈ ਇਕੋਨਮੀ ਡਿਵੈਲਪ ਹੁੰਦੀ ਹੈ ਉੱਥੇ ਲੋਕਾਂ ਦੀ ਐਗਰੀਕਲਚਰ 'ਤੇ ਡਿਪੈਂਡੈਂਸ ਘਟਦੀ ਹੈ ਔਰ ਦੂਸਰੀਆਂ ਐਕਟੀਵਿਟੀਜ਼ ਸੋਸ਼ਲ ਜਿਹੜਾ ਟਰਸ਼ਰੀ ਸੈਕਟਰ ਜਾਂ ਸੈਕੰਡਰੀ ਸੈਕਟਰ ਹੈ ਇੰਡਸਟਰੀਅਲ ਸੈਕਟਰ ਉਹਨਾਂ ਦੇ ਉੱਤੇ ਡਿਪੈਂਡੈਂਸ ਜਿਹੜੀ ਹੈ ਉਹ ਵੱਧਦੀ ਹੈ। ਦੋ ਇੰਡੀਆ ਦੇ ਕੇਸ ਵਿੱਚ ਵੀ ਇਹ ਜਿਹੜੀ ਕੰਟਰੀਬਿਊਸ਼ਨ ਡਿਪੈਂਡੈਂਸ ਆਫ ਪੀਪਲ ਔਨ ਐਗਰੀਕਲਚਰ ਘੱਟ ਰਹੀ ਹੈ ਪਰ ਉਨੀ ਸਬਸਟੈਂਸ਼ਲੀ ਨਹੀਂ ਜਿੰਨੀਆਂ ਦੂਸਰੀ ਕੰਟਰੀਜ਼ ਦੇ ਵਿੱਚ ਘੱਟ ਰਹੀ ਹੈ। Then we come to the next point, lack of proper industrialization, right? Now though they say कि India ਦੀ industrial development बड़ी slow हुई है पोस्ट इंडिपेंडेंस इरा ਦੇ ਵਿੱਚ ਮਤਲਬ ਬਿਫੋਰ ਇੰਡੀਪੈਂਡੈਂਸ ਵਿੱਚ ਕੁਝ ਇੰਡਸਟਰੀਜ਼ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਜਿਵੇਂ ਟੈਕਸਟਾਈਲ ਹੈ ਸ਼ੂਗਰ ਹੈ ਫਾਰਮਾਸਿਊਟੀਕਲ ਹੈ ਪਰ ਜਿਹੜੀਆਂ ਪ੍ਰੋਡਿਊਸਰਸ ਇੰਡਸਟਰੀਜ਼ ਨੇ ਉਹ ਲਾਈਕ ਮਸ਼ੀਨ ਟੂਲ ਇੰਡਸਟਰੀ ਕੈਮੀਕਲ ਇੰਡਸਟਰੀ ਫਰਟੀਲਾਈਜ਼ਰ ਇੰਡਸਟਰੀ ਉਹ ਜ਼ਿਆਦਾ ਡਿਵੈਲਪ ਨਹੀਂ ਹੋਈ ਹੈ। ਨਾਓ ਦੇ ਗਿਵ ਅ ਫਿਗਰ ਹੇਅਰ ਕਿ 75 lakh persons ਜਿਹੜੇ ਨੇ they are employed in industrial sector and total employment ਦਾ ਉਹ 4% ਨੇ ਇਹ ਜ਼ਿਆਦਾ ਜਦੋਂ ਕਿ ਮੈਨੂਫੈਕਚਰਿੰਗ ਇੰਡਸਟਰੀਜ਼ ਤੇ ਕੰਸਟਰਕਸ਼ਨ ਐਕਟੀਵਿਟੀਜ਼ ਜਿਹੜੀਆਂ 31.2% ਆਫ ਦਾ ਨੈਸ਼ਨਲ ਇਨਕਮ ਇਹਦਾ ਮਤਲਬ ਹੈ ਨੈਸ਼ਨਲ ਇਨਕਮ ਦੇ ਵਿੱਚ ਇਹਨਾਂ ਦਾ ਹਿੱਸਾ ਕਿੰਨਾ ਜ਼ਿਆਦਾ ਆ 31%। ਬਟ ਜੇ ਤੁਸੀਂ ਇੰਪਲੋਇਮੈਂਟ ਦੇ ਫਾਰਮ ਵਿੱਚ ਵੇਖੋ ਤੇ ਜਸਟ 4% ਪਾਪੂਲੇਸ਼ਨ ਨੂੰ ਇਹ ਇੰਪਲੋਇਮੈਂਟ ਪ੍ਰੋਵਾਈਡ ਕਰ ਰਹੀਆਂ ਨੇ ਦੈਟ ਮੀਨਸ ਕਿ productivity of this sector is also very low. Lack of proper banking facilities ਨੇ ਕਿਉਂਕਿ ਇੱਕ ਤੇ ਨੰਬਰ ਆਫ ਬੈਂਕ ਬ੍ਰਾਂਚਿਸ ਇਨ ਦ ਵੇਰੀਅਸ ਏਰੀਆਜ਼ ਰੂਰਲ ਏਰੀਆਜ਼ ਦੇ ਵਿੱਚ ਬੜੀਆਂ ਘੱਟ ਹੁੰਦੀਆਂ ਨੇ। ਦੂਸਰਾ ਰੂਰਲ ਏਰੀਆਜ਼ 'ਚ ਕਿਉਂਕਿ ਬੇਸਿਕ ਐਕਟੀਵਿਟੀ ਹੈ ਐਗਰੀਕਲਚਰ ਐਂਡ ਸਮੋਲ ਇੰਡਸਟਰੀਜ਼ ਬਟ ਦੋਜ਼ ਹੂ ਆਰ ਪੂਅਰ ਜਿਨ੍ਹਾਂ ਕੋਲ ਕੋਈ ਸਿਕਿਉਰਿਟੀ ਨਹੀਂ ਹੈਗੀ ਦੇ ਆਰ ਨੋਟ ਏਬਲ ਟੂ ਗੈਟ ਲੋਨ ਫਰੋਮ ਦ ਬੈਂਕਸ ਕਿਉਂਕਿ ਲੋਨ ਲੈਣ ਦੇ ਲਈ ਤੁਹਾਨੂੰ ਕੋਈ ਨਾ ਕੋਈ ਸਿਕਿਉਰਿਟੀ ਦੇਣੀ ਪੈਂਦੀ ਹੈ ਐਂਡ ਦੈਟ ਇਜ਼ ਨੋਟ ਅਵੇਲੇਬਲ ਵਿਦ ਦੋਜ਼ ਪੂਅਰ ਫਾਰਮਰਸ ਔਰ ਦ ਪੂਅਰ ਪੀਪਲ। ਬੇਸਿਕਲੀ ਇਹ ਲੋਨ ਲੈਣ ਦੇ ਲਈ ਇਹਨਾਂ ਲੋਕਾਂ ਦੀ ਡਿਪੈਂਡੈਂਸ ਫਿਰ ਜਿਹੜੇ ਇੰਡੀਜੀਨੀਅਸ ਬੈਂਕਰਸ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਆੜਤੀਆਸ ਜਾਂ ਛੋਟੇ ਜਿਹੜੇ ਲੋਨ ਦੇਣ ਵਾਲੇ ਨੇ ਉਹਨਾਂ ਨੂੰ ਇਨਕਲੂਡ ਕਰ ਲੈਂਦੇ ਉਹ ਜਿਹੜੇ ਅੱਗੇ ਜਾ ਕੇ ਹਾਇਰ ਰੇਟ ਆਫ ਇੰਟਰਸਟ ਦੇ ਉੱਤੇ ਲੋਨ ਦਿੰਦੇ ਨੇ ਦੈਟ ਇਜ਼ ਸੋ ਪ੍ਰੋਪਰ ਟਾਈਮ ਦੇ ਉੱਤੇ ਕ੍ਰੈਡਿਟ ਫੈਸਿਲਿਟੀਜ਼ ਨਾ ਮਿਲਣਾ ਵੀ ਇੱਕ ਰੀਜ਼ਨ ਹੈਗਾ ਆ ਅੰਡਰ ਡਿਵੈਲਪਮੈਂਟ ਦਾ। ਲੈਸ ਡਿਵੈਲਪਮੈਂਟ ਆਫ ਮੀਨਸ ਆਫ ਟਰਾਂਸਪੋਰਟ ਨੇ ਕਿਉਂਕਿ ਮੀਨਸ ਆਫ ਟਰਾਂਸਪੋਰਟ ਜਿਹੜੇ ਨੇ ਉਹ ਚੀਜ਼ਾਂ ਨੂੰ ਇੱਕ ਜਗ੍ਹਾ 'ਤੇ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਣ ਦੇ ਲਈ ਇੰਪੋਰਟੈਂਟ ਹੈਗੇ ਨੇ ਬਟ ਇਫ ਮੀਨਸ ਆਫ ਟਰਾਂਸਪੋਰਟੇਸ਼ਨ ਡਿਵੈਲਪ ਨਹੀਂ ਹੈ ਰੋਡਸ ਜਿਹੜੀਆਂ ਪ੍ਰੋਪਰ ਡਿਵੈਲਪ ਨਹੀਂ ਹੈ then even the farmers ਜਿਹੜੇ ਨੇ they are compelled to sell the same in the villages at the uneconomic prices। ਠੀਕ ਹੈ ਜੀ। now this was the point number 8 then we have the now what I am doing is ਕਿ ਜਿਹੜੀਆਂ ਮੈਂ ਚੀਜ਼ਾਂ ਅੰਡਰਲਾਈਨ ਕੀਤੀਆਂ ਹੈਗੀਆਂ ਉਹਦੇ ਬੇਸਿਸ 'ਤੇ ਮੈਂ ਉਹ ਪੁਆਇੰਟ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਫਿਰ ਅਸੀਂ ਕਹਿੰਦੇ ਇੰਡੀਅਨ ਇਕੋਨਮੀ ਦੇ ਵਿੱਚ ਪਾਪੂਲੇਸ਼ਨ ਦਾ ਪ੍ਰੈਸ਼ਰ ਬੜਾ ਜ਼ਿਆਦਾ ਹੈ। ਇਹ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਟੋਟਲ ਵਰਲਡ ਦੀ ਪਾਪੂਲੇਸ਼ਨ ਜੇ ਅਸੀਂ ਦੇਖੀਏ ਤੇ 18% ਪਾਪੂਲੇਸ਼ਨ ਜਿਹੜੀ ਵਰਲਡ ਦੀ ਇੰਡੀਆ ਵਿੱਚ ਰਹਿੰਦੀ ਪਰ ਇੰਡੀਆ ਕੋਲ ਏਰੀਆ ਕਿੰਨਾ ਆ ਟੋਟਲ ਵਰਲਡ ਦੇ ਏਰੀਆ ਦਾ ਓਨਲੀ 2.4%। ਠੀਕ ਹੈ। ਉਹਦੇ ਕਰਕੇ ਪਰ ਕੈਪੀਟਾ ਅਵੇਲੇਬਿਲਿਟੀ ਆਫ ਲੈਂਡ ਜਿਹੜੀ ਹੈ ਉਹ ਘੱਟ ਹੈਗੀ ਹੈ and because of high growth rate of population problems like food shortage unemployment they extra raise their ugly head। then we have the unemployment and underemployment है
ਇਹ ਜਿਹੜੀ ਇੱਥੇ ਫਿਗਰ ਉਹਨੇ ਦਿੱਤੀ ਹੈ ਕਿ ਇੰਪਲੋਇਮੈਂਟ ਐਕਸਚੇਂਜਸ ਦੇ ਵਿੱਚ 2013 ਦੇ ਵਿੱਚ 4.68 ਕਰੋੜ ਪੀਪਲ ਵਰ ਦੇ ਰਜਿਸਟਰਡ, ਬਟ ਯੂ ਮਾਈਟ ਬੀ ਨੋਇੰਗ ਕਿ ਸਾਰੇ ਲੋਕ ਆਪਣੇ ਆਪ ਨੂੰ ਜਿਹੜੀਆਂ ਐਕਸਚੇਂਜਸ ਹੈਗੀਆਂ ਨੇ ਉਹਦੇ ਵਿੱਚ ਰਜਿਸਟਰ ਨਹੀਂ ਕਰਾਉਂਦੇ। ਇਹ ਬਹੁਤ ਮਾਈਨਰ ਹਿੱਸਾ, ਅਨਇੰਪਲੋਇਮੈਂਟ ਇਸ ਤੋਂ ਬਹੁਤ ਜ਼ਿਆਦਾ ਆ। ਲੈਕ ਆਫ ਕੈਪੀਟਲ ਹੈ, ਕਿਉਂਕਿ ਅਸੀਂ ਪਿੱਛੇ ਡਿਸਕਸ ਕੀਤਾ ਸੀ ਵਿਸ਼ਵ ਸਰਕਲ ਆਫ ਪਾਵਰਟੀ ਐਜ਼ ਗਿਵਨ ਬਾਈ ਨਕਸੇ। ਉਹ ਕਹਿੰਦਾ ਹੈ ਕਿ ਲੋਕਾਂ ਦੀ ਇਨਕਮ ਘੱਟ ਹੈ, ਇਸ ਕਰਕੇ ਸੇਵਿੰਗਸ ਘੱਟ ਹੈ ਅਤੇ ਇਨਵੈਸਟਮੈਂਟ ਘੱਟ ਹੈ। ਔਰ ਜਿਨ੍ਹਾਂ ਲੋਕਾਂ ਕੋਲ ਹੈਗੀ ਹੈ ਇਨਕਮ, ਰਿਚ ਕਲਾਸ ਹੈਗੀ ਹੈ, ਦੇ ਸਪੈਂਡ ਔਨ ਲਗਜ਼ਰੀ ਗੁੱਡਸ। ਸੋ ਉਹ ਜਿਹੜਾ ਹੈ ਜ਼ਿਆਦਾ ਕੈਪੀਟਲ ਫਾਰਮੇਸ਼ਨ ਜਾਂ ਇਨਵੈਸਟਮੈਂਟ ਦੇ ਉੱਤੇ ਖਰਚ ਨਹੀਂ ਕਰਦੇ। ਅਦਰ ਰੀਜ਼ਨ ਜਿਹੜੇ ਨੇ ਲੈਕ ਆਫ ਕੈਪੀਟਲ ਦੇ, ਲੈਸ ਬੈਂਕਿੰਗ ਫੈਸਿਲਿਟੀਜ਼ ਨੇ, ਕਿਉਂਕਿ ਬੈਂਕਿੰਗ ਫੈਸਿਲਿਟੀਜ਼ ਅਵੇਲੇਬਲ ਨਹੀਂ ਹੈ, ਇਸ ਕਰਕੇ ਜਿਹੜੀਆਂ ਨੇ ਉਹ ਜ਼ਿਆਦਾ ਇਨਵੈਸਟਮੈਂਟ, ਬੈਂਕਿੰਗ ਫੈਸਿਲਿਟੀਜ਼ ਨਹੀਂ ਨੇ, ਜ਼ਿਆਦਾ ਸੇਵਿੰਗਸ ਮੋਬਿਲਾਈਜ਼ ਨਹੀਂ ਹੁੰਦੀਆਂ, ਜ਼ਿਆਦਾ ਲੋਕ ਬੈਂਕ ਨੂੰ ਯੂਜ਼ ਨਹੀਂ ਕਰਦੇ। ਐਂਡ ਫਾਈਨਲੀ ਫਿਰ ਉੱਥੇ ਜਿਹੜਾ ਇਨਵੈਸਟੇਬਲ ਅਮਾਊਂਟ ਬੈਂਕਸ ਕੋਲ ਹੋਣਾ ਹੁੰਦਾ ਹੈ ਜ਼ਿਆਦਾ, ਉਹ ਨਹੀਂ ਹੁੰਦਾ ਵੀ। ਦੈਨ ਅੰਡਰ ਇੰਪਲੋਇਮੈਂਟ ਆਫ ਨੈਚੁਰਲ ਰਿਸੋਰਸਿਸ। ਨੈਚੁਰਲ ਰਿਸੋਰਸਿਸ ਜਿਹਨਾਂ ਨੂੰ ਤੁਸੀਂ ਵਾਟਰ ਰਿਸੋਰਸਿਸ, ਮਿਨਰਲ ਰਿਸੋਰਸਿਸ, ਲੈਂਡ ਹੈਗੀ ਹੈ, ਸਾਰੇ ਨੈਚੁਰਲ ਰਿਸੋਰਸਿਸ ਨੇ, ਫੋਰੈਸਟ ਵੈਲਥ ਹੈ। ਇੰਡੀਆ ਦੇ ਕੇਸ ਵਿੱਚ ਯੂ ਜਸਟ ਹੈਵ ਸੀਨ, ਇਹਨੇ ਫਿਗਰ ਦਿੱਤੀ ਕਿ ਓਨਲੀ 1/5 ਆਫ ਦ ਕੰਟਰੀਜ਼ ਵਾਟਰ ਰਿਸੋਰਸਿਸ ਹੈਵ ਬੀਨ ਯੂਜ਼, ਮਤਲਬ 5ਵਾਂ ਹਿੱਸਾ ਜਿਹੜਾ ਹੈ ਅਸੀਂ ਆਪਣੇ ਪੂਰੇ ਵਾਟਰ ਰਿਸੋਰਸਿਸ ਨੂੰ ਯੂਜ਼ ਨਹੀਂ ਕਰਦੇ। ਐਜ਼ ਯੂ ਸੀ ਡਿਊਰਿੰਗ ਦਿਸ ਰੇਨੀ ਸੀਜ਼ਨ, ਜਦੋਂ ਬਾਰਿਸ਼ ਆਉਂਦੀ ਹੈ ਅਤੇ ਬਹੁਤ ਸਾਰਾ ਪਾਣੀ ਜਿਹੜਾ ਹੈ ਉਹ ਵਹਿ ਜਾਂਦਾ ਆ, ਉਹਨੂੰ ਅਸੀਂ ਪ੍ਰੋਪਰ ਕਿਤੇ ਯੂਜ਼ ਨਹੀਂ ਕਰ ਪਾਉਂਦੇ, ਹਾਰਨੈਸ ਨਹੀਂ ਕਰ ਪਾਉਂਦੇ। ਆਲਦੋ ਸਾਡਾ ਗਰਾਊਂਡ ਲੈਵਲ ਵਾਟਰ ਦਾ ਜਿਹੜਾ ਹੈ ਉਹ ਨੀਚੇ ਜਾਈ ਜਾ ਰਿਹਾ, ਬਟ ਸਟਿਲ ਰੇਨ ਵਾਟਰ ਹਾਰਵੈਸਟਿੰਗ ਨਹੀਂ ਹੁੰਦੀ, ਜਿਸ ਕਰਕੇ ਸਾਡੀ ਜਿਹੜੀ ਜ਼ਮੀਨ ਦੇ ਅੰਦਰ ਜਿਹੜਾ ਪਾਣੀ ਹੈ ਉਹ ਵੀ ਦੁਬਾਰਾ ਰੀਜਨਰੇਟ ਨਹੀਂ ਹੋ ਪਾਉਂਦਾ ਵੀ। ਸ਼ਾਰਟੇਜ ਆਫ ਏਬਲ ਐਂਡ ਐਫੀਸ਼ੀਐਂਟ ਐਂਟਰਪ੍ਰੇਨਿਓਰਸ ਜਿਹੜੇ ਨੇ, ਜਿਹਨੂੰ ਤੁਸੀਂ ਉੱਦਮੀ ਕਹਿੰਦੇ ਹੋ, ਔਰ ਇਹ ਉੱਦਮੀ ਜਿਹੜੇ ਨੇ ਜੇ ਰਿਸਕ ਟੇਕਿੰਗ ਹੋਣਗੇ ਤਾਂ ਹੀ ਨਵੀਆਂ ਇੰਡਸਟਰੀਜ਼ ਇਸਟੈਬਲਿਸ਼ ਕਰ ਸਕਦੇ ਨੇ, ਬਟ ਦੇ ਆਰ ਆਲਸੋ ਇਨ ਸ਼ਾਰਟੇਜ, ਕਿਉਂਕਿ ਉਹ ਜ਼ਿਆਦਾ ਜਿਹੜਾ ਨੇ ਉਹ ਸਪੈਕੂਲੇਟਿਵ ਐਕਟੀਵਿਟੀਜ਼ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਨੇ ਇੰਸਟੈਡ ਆਫ ਕਿ ਪ੍ਰੋਡਕਸ਼ਨ ਐਕਟੀਵਿਟੀਜ਼। ਲਾਈਕ ਸਪੈਕੂਲੇਟਿਵ ਐਕਟੀਵਿਟੀਜ਼ ਜਿਸ ਤਰ੍ਹਾਂ ਕੋਈ ਚੀਜ਼ ਲੈਟ ਇਟ ਬੀ ਕਿਸੇ ਦੇ ਮਹਿੰਗੀ ਹੋਣ ਦੇ ਆਸਾਰ ਨੇ, ਉਹਨੂੰ ਖਰੀਦ ਕੇ ਰੱਖ ਲੈਂਦੇ ਨੇ, ਜਦੋਂ ਉਹ ਮਹਿੰਗੀ ਹੁੰਦੀ ਹੈ ਉਹਨੂੰ ਵੇਚ ਕੇ ਫਟਾਫਟ ਪ੍ਰੋਫਿਟ ਕਮਾ ਲੈਂਦੇ ਨੇ, ਇੰਸਟੈਡ ਕਿ ਉਹ ਪ੍ਰੋਡਕਸ਼ਨ ਦੇ ਵਿੱਚੋਂ ਪ੍ਰੋਫਿਟ ਕਮਾਉਣ। ਕੁਛ ਆਊਟਡੇਟਡ ਸੋਸ਼ਲ ਇੰਸਟੀਟਿਊਸ਼ਨਸ ਵੀ ਨੇ ਜਿਹਦੇ ਵਿੱਚ ਨੇ ਕਾਸਟ ਸਿਸਟਮ, ਜੁਆਇੰਟ ਫੈਮਿਲੀ ਸਿਸਟਮ, ਲਾਅ ਆਫ ਸਕਸੈਸ਼ਨ, ਕਸਟਮਸ ਐਂਡ ਰਿਲੀਜੀਅਸ ਰਾਈਟਸ, ਇਹਨਾਂ ਨੂੰ ਵੀ ਇੰਪੋਰਟੈਂਟ ਕਿਹਾ ਆ। ਦੇ ਆਰ ਆਲਸੋ ਇੰਪੋਰਟੈਂਟ ਫॉर द ਅੰਡਰ ਡਿਵੈਲਪਮੈਂਟ ਆਫ ਦ ਇਕੋਨਮੀ। ਦੈਨ ਲੋ ਗ੍ਰੇਡ ਹਿਊਮਨ ਕੈਪੀਟਲ ਜਿਹਦੇ ਤੁਸੀਂ ਲੇਬਰਰਸ ਨੂੰ ਇਨਕਲੂਡ ਕਰਦੇ ਹੋ। ਨਾ ਲੇਬਰ ਜਿਹੜੇ ਨੇ ਉਹ ਲੋ ਗ੍ਰੇਡ ਨੇ, ਉਹਦਾ ਰੀਜ਼ਨ ਇੱਥੇ ਤੁਸੀਂ ਐਜੂਕੇਸ਼ਨਲ ਫੈਸਿਲਿਟੀਜ਼ 'ਤੇ ਘੱਟ ਹੋਣ ਨੂੰ ਲੈਂਦੇ ਹੋ। ਦੂਸਰਾ ਕਿਉਂਕਿ ਪੂਅਰ ਨੇ, ਉਹ ਜ਼ਿਆਦਾ ਆਪਣੀ ਨਾ ਤਾਂ ਐਜੂਕੇਸ਼ਨ 'ਤੇ ਖਰਚ ਕਰ ਸਕਦੇ ਨੇ ਜਾਂ ਨਾ ਹੀ ਹੈਲਥ 'ਤੇ ਖਰਚ ਕਰ ਸਕਦੇ ਨੇ, ਜਿਹਦੇ ਕਰਕੇ ਉਹਨਾਂ ਦੀ ਐਫੀਸ਼ੀਐਂਸੀ ਵੀ ਲੋ ਹੁੰਦੀ ਹੈ। ਔਰ ਜੇ ਐਫੀਸ਼ੀਐਂਸੀ ਲੋ ਹੈ ਤਾਂ ਪ੍ਰੋਡਕਸ਼ਨ ਕਰਨ ਲਈ ਜ਼ਿਆਦਾ ਲੇਬਰਸ ਲਾਉਣੇ ਪੈਂਦੇ ਨੇ, ਉਹਦੇ ਨਾਲ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹਾਈ ਹੋ ਜਾਂਦੀ ਹੈ। ਕੁਆਲਿਟੀ ਆਫ ਦ ਪ੍ਰੋਡਕਟ ਦੈਟ ਆਲਸੋ ਬਿਕਮਸ ਪੂਅਰ ਟੈਕਨੋਲੋਜੀ, ਪੁਰਾਣੀਆਂ ਮਸ਼ੀਨਾਂ ਦਾ ਹੋਣਾ, ਠੀਕ ਹੈ, ਜਿਨ੍ਹਾਂ ਦੀ ਪ੍ਰੋਡਕਟਿਵਿਟੀ ਘੱਟ ਹੈ। ਈਵਨ ਐਗਰੀਕਲਚਰ ਦੇ ਵਿੱਚ ਵੀ ਮਾਡਰਨ ਟੈਕਨੀਕਸ ਨੂੰ ਯੂਜ਼ ਨਾ ਕਰ ਪਾਉਣਾ, ਦੈਟ ਇਜ਼ ਬਿਕੋਜ਼ ਆਫ ਦ ਲੋ ਕੈਪੀਟਲ ਫਾਰਮੇਸ਼ਨ, ਜਿਹੜੀ ਪ੍ਰੋਡਕਟਿਵਿਟੀ ਘੱਟ ਰਹਿੰਦੀ ਔਰ ਅੰਡਰ ਡਿਵੈਲਪਡ ਇਕੋਨਮੀ ਦੀ ਨੇਚਰ ਬਣ ਜਾਂਦੀ ਹੈ। ਲਾਸਟ ਇਹਦਾ ਪੁਆਇੰਟ ਜਿਹੜਾ ਉਹ ਡਿਸਕਸ ਕਰ ਰਿਹਾ ਹੈ, ਦੈਟ ਇਜ਼ ਦ ਡਿਊਲਿਸਟਿਕ ਹੁੰਦਾ ਡਬਲ ਇਸ ਇਕਨੋਮਿਕ ਸਟਰਕਚਰ ਜਿਹੜਾ ਹੈ ਉਹ ਦੋ ਜਿਹੜੇ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ। ਇੱਕ ਤਾਂ ਹਾਈਲੀ ਡਿਵੈਲਪਡ ਸੈਕਟਰ ਹੈ ਜਿਹਦੇ ਵਿੱਚ ਐਕਸਪੋਰਟ ਕਰਨ ਵਾਲੇ ਬਿਗ ਬਿਜ਼ਨਸ ਇੰਡਸਟਰੀਅਲ ਹਾਊਸਿਸ ਜਿਹੜੇ ਨੇ ਜਾਂ ਮਲਟੀਨੈਸ਼ਨਲ ਕਾਰਪੋਰੇਸ਼ਨਸ ਉਹ ਆ ਜਾਂਦੇ ਨੇ। ਦੂਸਰਾ ਸਬਸਿਸਟੈਂਸ ਸੈਕਟਰ ਹੈ ਜਿਹਦੇ ਵਿੱਚ ਐਗਰੀਕਲਚਰ ਜਾਂ ਵਿਲੇਜ ਇੰਡਸਟਰੀਜ਼ ਆਉਂਦੀਆਂ ਨੇ। ਇਹ ਬੜੀਆਂ ਪੁਰਾਣੀਆਂ ਟੈਕਨੀਕਸ ਯੂਜ਼ ਕਰਦੇ ਨੇ ਔਰ ਇੱਥੇ ਜਿਹੜਾ ਹੈ ਪ੍ਰੋਡਕਟਿਵਿਟੀ ਦਾ ਲੈਵਲ ਵੀ ਲੋ ਹੁੰਦਾ ਹੈ। ਸੋ
existence of both these sectors simultaneously. एक बन्ने हाईली डिवेलप्ड सैक्टर भी हैगा जिहड़ा एक्सपोर्ट करदा, दूसरे बन्ने सबसिस्टेंस सैक्टर भी हैगा जिहदी प्रोडक्टिविटी बहुत घट है. दिस मेक्स ए ड्यूअलिस्टिक इकनॉमिक स्ट्रक्चर ऑफ द इकोनॉमी. ठीक है जी. सो दिस मेक्स here we have discussed the about 17 features of the Indian economy as an underdeveloped economy. ये वीडियो जी मैं इत्थे स्टॉप करदी हाँ. अगले जोड़े 3 टॉपिक्स है ने वो कंपैरेटिवली स्मॉलर ने, सो उन्होंने मैं तुहाडे नाल नैक्सट वीडियो दे विच शेयर करूँगी.